ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 431 ਤੋਂ ਲੈ ਕੇ 433 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ। ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ। ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ। ਬਿਰਹੜੇ ਘਰ ਚੌਥਾ। ਸ਼ੰਤਾਂ ਕੀ ਜਤ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਪਾਰ ਬ੍ਰਹਮ ਪ੍ਰਭ ਸਿਮਰਿਐ ਪਿਆਰੇ। ਦਰਸ਼ਨ ਕਉ ਬਲ ਜਾਓ। ਜਿਸ ਸਿਮਰਤ ਦੁਖ ਬਿਸਰੈ ਪਿਆਰੇ। ਸੋ ਕਿਉ ਤਜਣਾ ਜਾਏ। ਇਹ ਤਨ ਵੇਚੀ ਸੰਤ ਪਹਿ ਪਿਆਰੇ। ਪ੍ਰੀਤਮ ਦੇ ਮਿਲਾਏ। ਹਾਂਜੀ ਸੰਗਤ ਜੀ, ਪੰਚਮ ਪਾਤਸ਼ਾਹ ਕਹਿੰਦੇ ਉਸ ਪਰਮਾਤਮਾ ਦਾ ਨਾਂ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ। ਉਸ ਪਿਆਰੇ ਦੇ ਦਰਸ਼ਨਾਂ ਤੋਂ ਬਲਿਹਾਰੇ ਜਾਈਏ। ਉਹਦੇ ਦਰਸ਼ਨਾਂ ਦੀ ਤਾਂਘ ਹੈ ਜੀ। ਜਿਸ ਪਰਮੇਸ਼ਰ ਦਾ ਨਾਮ ਸਿਮਰਨ ਦੇ ਨਾਲ ਸਾਡੇ ਦੁੱਖ ਖਤਮ ਹੋ ਜਾਂਦੇ ਨੇ, ਅਸੀਂ ਫਿਰ ਉਸ ਪਰਮੇਸ਼ਰ ਨੂੰ ਕਿਉਂ ਭੁਲਾਉਂਦੇ ਹਾਂ। ਉਸ ਸੰਤ ਦੇ, ਉਸ ਗੁਰੂ ਦੇ ਮੈਂ ਸ਼ਰਨ ਜਾਵਾਂ। ਮੈਂ ਆਪਾ ਕੁਰਬਾਨ ਕਰਦਾ ਉਹਦੇ ਤੋਂ, ਜਿਹੜਾ ਮੈਨੂੰ ਪਰਮਾਤਮਾ ਦੇ ਦਰਸ਼ਨ ਕਰਵਾ ਦੇਵੇ। ਸੁਖ ਸਿਗਾਰ ਬਿਖਿਆ ਕੇ ਫੀਕੇ। ਤਜ ਛੋਡੇ ਮੇਰੀ ਮਾਏ। ਕਾਮ ਕ੍ਰੋਧ ਲੋਭ ਤਜ ਗਏ ਪਿਆਰੇ। ਸਤਿਗੁਰ ਚਰਨੀ ਪਾਏ। ਜਦੋਂ ਸਤਿਗੁਰ ਦੇ ਚਰਨਾਂ 'ਚ ਅਸੀਂ ਜਾਂਦੇ ਹਾਂ, ਸਤਿਗੁਰ ਦੀ ਸ਼ਰਨ ਪੈਂਦੇ ਹਾਂ, ਜਿਹੜੇ ਮਾਇਆ ਦੇ ਸਾਰੇ ਪਦਾਰਥਾਂ ਦੇ ਜਿਹੜੇ ਸਵਾਦ ਨੇ ਫਿੱਕੇ ਨੇ, ਉਹ ਸਾਰੇ ਛੱਡ ਜਾਂਦੇ ਨੇ। ਫਿਰ ਕਾਮ ਕ੍ਰੋਧ ਲੋਭ ਸਭ ਕੁਛ ਮੈਨੂੰ ਛੱਡ ਗਿਆ ਜਦੋਂ ਤੋਂ ਮੈਂ ਗੁਰੂ ਦੀ ਸ਼ਰਨ ਪਿਆ। ਜੋ ਜਨ ਰਾਤੇ ਰਾਮ ਸਿਉ ਪਿਆਰੇ। ਅਨਤ ਨ ਕਾਹੂ ਜਾਏ। ਹਰ ਰਸ ਜਿਨੀ ਚਾਖਿਆ ਪਿਆਰੇ। ਤ੍ਰਿਪਤ ਰਹੇ ਆਘਾਏ। ਜਿਹੜੇ ਪਰਮੇਸ਼ਰ ਦੇ ਪ੍ਰੇਮ ਰੰਗ 'ਚ ਰੰਗੇ ਹੋਏ ਨੇ, ਹੋਰ ਉਹ ਕੋਈ ਆਸਰਾ ਨਹੀਂ ਫਿਰ ਭਾਲਦੇ। ਉਹ ਇੱਧਰ ਉੱਧਰ ਫਿਰ ਨਹੀਂ ਭਟਕਦੇ। ਜਿਨ੍ਹਾਂ ਨੇ ਪਰਮੇਸ਼ਰ ਦਾ ਪ੍ਰੇਮ ਰਸ ਚੱਖ ਲਿਆ, ਨਾਮ ਰਸ ਚੱਖ ਲਿਆ, ਉਹ ਮਾਇਆ ਦੇ ਵੱਲੋਂ ਤ੍ਰਿਪਤ ਹੋ ਜਾਂਦੇ ਨੇ। ਉਹਨਾਂ ਨੂੰ ਕੋਈ ਹੋਰ ਆਸਾ ਤ੍ਰਿਸ਼ਨਾ ਭੁੱਖਾਂ ਨਹੀਂ ਰਹਿੰਦੀਆਂ। ਅੰਚਲ ਗਿਹਾ ਸਾਧਕਾ ਨਾਨਕ। ਭੈ ਸਾਗਰ ਪਾਰ ਪਰਾਏ। ਜਨਮ ਮਰਨ ਦੁਖ ਕੱਟੀਐ ਪਿਆਰੇ। ਜਬ ਭੇਟੇ ਹਰ ਰਾਏ। ਨਾਨਕ ਜੀ ਨੇ ਮੈਂ ਗੁਰੂ ਦਾ ਪੱਲਾ ਫੜ ਕੇ ਇਸ ਸੰਸਾਰ ਸਾਗਰ ਨੂੰ ਤਰ ਗਿਆ। ਜਦੋਂ ਜੀਵ ਦਾ ਮਿਲਾਪ ਉਸ ਪਰਮੇਸ਼ਰ ਨਾਲ ਹੋ ਜਾਂਦਾ ਤਾਂ ਉਹਦਾ ਆਵਾਗਮਨ ਦਾ ਚੱਕਰ ਕੱਟ ਹੋ ਜਾਂਦਾ। ਇਹ ਦੁੱਖ ਫਿਰ ਉਹਨੂੰ ਸਹਾਰਨਾ ਨਹੀਂ ਪੈਂਦਾ ਜਨਮ ਮਰਨ 'ਚ ਆਉਣ ਦਾ। ਸੁੰਦਰ ਸੁਗਰ ਸੁਜਾਨ ਪ੍ਰਭ ਮੇਰਾ। ਜੀਵਨ ਦਰਸ ਦਿਖਾਏ। ਜੋ ਜੀ ਤੁਝ ਤੇ ਵਿਛਰੇ ਪਿਆਰੇ। ਜਨਮ ਮਰੈ ਬਿਖ ਖਾਏ। ਮੇਰਾ ਪਰਮੇਸ਼ਰ ਬੜੇ ਹੀ ਸੁੰਦਰ ਰੂਪ ਵਾਲਾ ਹੈ, ਬੜਾ ਹੀ ਸਿਆਣਾ ਹੈ। ਬੜੇ ਗੰਭੀਰ ਹਿਰਦੇ ਵਾਲਾ ਹੈ। ਪਰਮੇਸ਼ਰ ਜੀ, ਤੁਹਾਡੇ ਦਰਸ਼ਨ ਕਰਿਆ ਮੈਨੂੰ ਆਤਮਿਕ ਜੀਵਨ ਮਿਲਦਾ ਹੈ। ਜਿਹੜੇ ਜੀ ਪਰਮੇਸ਼ਰ ਤੋਂ ਵਿਛੜ ਜਾਂਦੇ ਨੇ, ਉਹ ਜਨਮ ਮਰਨ ਦੇ ਚੱਕਰ 'ਚ ਪੈਂਦੇ ਨੇ, ਮਾਇਆ ਦਾ ਜ਼ਹਿਰ ਚੱਖਦੇ ਨੇ। ਜਿਸ ਤੂੰ ਮੇਲੈ ਸੋ ਮਿਲੈ ਪਿਆਰੇ। ਤਿਸ ਕੈ ਲਾਗੋਂ ਪਾਏ। ਜੋ ਸੁਖ ਦਰਸ਼ਨ ਪੇਖ ਤੇ ਪਿਆਰੇ। ਮੁਖ ਤੇ ਕਹਿਣ ਨਾ ਜਾਏ। ਹੇ ਪਰਮੇਸ਼ਰ ਜੀ, ਜਿਨ੍ਹਾਂ ਨੂੰ ਤੁਸੀਂ ਆਪਣੇ ਚਰਨਾਂ ਨਾਲ ਮੇਲਦੇ ਹੋ, ਉਹੀ ਆਪ ਨੂੰ ਮਿਲਦੇ ਨੇ। ਉਹਨਾਂ ਦੇ ਮੈਂ ਪੈਰ ਛੂਹਾਂ, ਜਿਨ੍ਹਾਂ ਨੂੰ ਪਰਮੇਸ਼ਰ ਦਾ ਦੀਦਾਰ ਹੋ ਗਿਆ। ਫਿਰ ਜਿਹੜੇ ਪਰਮੇਸ਼ਰ ਦਾ ਦੀਦਾਰ ਕਰ ਲੈਂਦੇ ਨੇ, ਜਿਹੜਾ ਸੁੱਖ ਉਹ ਭੋਗਦੇ ਨੇ, ਉਹ ਸੁੱਖ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ। ਉਹੀ ਫਿਰ ਗੁੰਗੇ ਦੀ ਮਠਿਆਈ ਵਾਲੀ ਗੱਲ ਆ ਗਈ ਨਾ। ਗੁੰਗਾ ਖਾ ਕੇ ਗੁੜ ਬੜਾ ਖੁਸ਼ ਹੁੰਦਾ,
ਪਰ ਉਹਨੂੰ ਕਿੰਨਾ ਸਵਾਦ ਆਇਆ ਮੂੰਹੋਂ ਬੋਲ ਕੇ ਦੱਸ ਨਹੀਂ ਸਕਦਾ, ਕਿਉਂਕਿ ਉਹ ਬੋਲ ਹੀ ਨਹੀਂ ਸਕਦਾ। ਇਸ ਤਰ੍ਹਾਂ ਹੀ ਪਰਮੇਸ਼ਰ ਦਾ ਜਿਹਨੇ ਦੀਦਾਰ ਕਰ ਲਿਆ, ਪਰਮੇਸ਼ਰ ਦਾ ਜਿਹਨੇ ਅਨੁਭਵ ਕਰ ਲਿਆ ਅੰਤਰ ਆਤਮੇ, ਉਹਦੇ ਤੋਂ ਕੀ ਸੁੱਖ ਮਿਲਦਾ ਇਹ ਕਿਸੇ ਨੂੰ ਦੱਸਿਆ ਨਹੀਂ ਜਾ ਸਕਦਾ, ਇਹਨੂੰ ਸਿਰਫ ਭੋਗਿਆ ਹੀ ਜਾ ਸਕਦਾ ਹੈ। ਸਾਚੀ ਪ੍ਰੀਤ ਨਾ ਟੁੱਟਈ ਪਿਆਰੇ, ਜੁਗ ਜੁਗ ਰਹੀ ਸਮਾਏ, ਜੋ ਤੁਧ ਪਾਵੈ ਸੋ ਭਲਾ ਪਿਆਰੇ, ਤੇਰੀ ਅਮਰ ਰਜ਼ਾਏ। ਕਹਿੰਦੇ ਹੇ ਪਰਮੇਸ਼ਰ ਜੀ, ਜਿਹਦੀ ਤੇਰੇ ਚਰਨਾਂ ਦੇ ਵਿੱਚ ਸੱਚੀ ਪ੍ਰੀਤ ਪੈ ਜਾਂਦੀ ਆ ਨਾ, ਫਿਰ ਉਹ ਕਦੇ ਵੀ ਟੁੱਟਦੀ ਨਹੀਂ ਉਹ ਪ੍ਰੀਤ। ਕਹਿੰਦੇ ਉਹ ਜੁਗਾਂ ਜੁਗਾਂ 'ਚ ਕਹਿੰਦੇ ਉਹ ਬਣੀ ਰਹਿੰਦੀ ਆ ਪ੍ਰੀਤ। ਕਹਿੰਦੇ ਹੇ ਪਰਮੇਸ਼ਰ ਜੀ, ਜੋ ਤੈਨੂੰ ਚੰਗਾ ਲੱਗਦਾ ਉਹੀ ਸਾਨੂੰ ਚੰਗਾ ਲੱਗਦਾ, ਤੇਰਾ ਹੁਕਮ ਅਟੱਲ ਵਰਤ ਰਿਹਾ ਹੈ ਸੰਸਾਰ 'ਚ। ਨਾਨਕ ਰੰਗ ਰਤੇ ਨਾਰਾਇਣੇ, ਪਿਆਰੇ ਮਾਤੇ ਸਹਿਜ ਸੁਪਾਏ, ਸਭ ਬਿਦ ਤੁਮ ਹੀ ਜਾਣਤੇ ਪਿਆਰੇ, ਕਿਸ ਪੈ ਕਹੋ ਸੁਨਾਏ। ਕਹਿੰਦੇ ਜਿਹੜੇ ਪਰਮੇਸ਼ਰ ਦੇ ਪਿਆਰ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਹਮੇਸ਼ਾ ਉਹ ਆਤਮਿਕ ਅਡੋਲਤਾ ਦੇ ਵਿੱਚ ਟਿਕੇ ਰਹਿੰਦੇ ਨੇ। ਕਹਿੰਦੇ ਹੇ ਪਰਮੇਸ਼ਰ ਜੀ, ਤੂੰ ਆਪ ਜੀ ਪੈਦਾ ਕੀਤੇ ਨੇ, ਇਹਨਾਂ ਦੀਆਂ ਲੋੜਾਂ, ਇਹਨਾਂ ਨੂੰ ਕੀ ਚਾਹੀਦਾ, ਇਹ ਸਭ ਤੁਸੀਂ ਆਪ ਜਾਣਦੇ ਹੋ। ਅਸੀਂ ਹੋਰ ਕਿਹਦੇ ਦਰ 'ਤੇ ਜਾ ਕੇ ਅਰਦਾਸ ਕਰ ਸਕਦੇ ਹਾਂ। ਤੂੰ ਦਾਤਾ ਜੀਆਂ ਸਭਨਾ ਕਾ, ਤੇਰਾ ਦਿੱਤਾ ਪਹਿਰੇ ਖਾਏ, ਸੁਖ ਦੁਖ ਤੇਰੀ ਆਗਿਆ ਪਿਆਰੇ, ਦੂਜੀ ਨਾਹੀਂ ਜਾਏ। ਕਹਿੰਦੇ ਹੇ ਪਰਮੇਸ਼ਰ ਜੀ, ਤੂੰ ਸਾਨੂੰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ, ਤੇਰਾ ਦਿੱਤਾ ਹੀ ਅਸੀਂ ਪਹਿਨਦੇ ਹਾਂ, ਖਾਂਦੇ ਹਾਂ। ਕਹਿੰਦੇ ਸੁੱਖ ਦੁੱਖ ਸਾਨੂੰ ਜੋ ਮਿਲਦਾ ਹੈ ਤੇਰੀ ਆਗਿਆ ਦੇ ਵਿੱਚ ਹੀ ਮਿਲਦਾ ਹੈ। ਹੋਰ ਕੋਈ ਜਗ੍ਹਾ ਨਹੀਂ ਜਿੱਥੇ ਜਾ ਕੇ ਅਸੀਂ ਅਰਦਾਸ ਕਰ ਸਕੀਏ, ਆਪਣੇ ਸੁੱਖ ਦੁੱਖ ਦੱਸ ਸਕੀਏ, ਤੈਨੂੰ ਛੱਡ ਕੇ ਪਰਮੇਸ਼ਰ ਜੀ। ਜੋ ਤੂੰ ਕਰਾਵੈ ਸੋ ਕਰੀ ਪਿਆਰੇ, ਅਵਰ ਕਿਛ ਕਰਨ ਨ ਜਾਏ, ਦਿਨ ਰੈਣ ਸਭ ਸੁਹਾਵਣੇ ਪਿਆਰੇ, ਜਿਤ ਜਪੀਐ ਹਰਿ ਨਾਉ, ਸਾਈ ਕਾਰ ਕਮਾਵਣੀ ਪਿਆਰੇ, ਤੁਰ ਮਸਤਕ ਲੇਖ ਲਿਖਾਏ। ਕਹਿੰਦੇ ਹੇ ਪਰਮੇਸ਼ਰ ਜੀ, ਜੋ ਤੂੰ ਕਰਾਵੇਂ ਜੀਵਾਂ ਕੋਲੋਂ ਉਹੀ ਜੀਵ ਕਰਦੇ ਨੇ। ਹੋਰ ਕਿਸੇ ਦੀ ਆਪਣੀ ਸੁਤੰਤਰ ਇੱਛਾ ਨਹੀਂ ਹੈ ਕਿ ਉਹ ਕੁਝ ਕਰ ਸਕਣ। ਸਭ ਦੇ ਵਿੱਚ ਬੈਠਾ ਤੂੰ ਆਪ ਕਰਵਾ ਰਿਹਾ ਹੈ। ਕਹਿੰਦੇ ਉਹੀ ਦਿਨ, ਉਹੀ ਰਾਤ, ਉਹੀ ਵਕਤ ਸੁਹਾਵਣਾ ਹੈ ਜਦੋਂ ਜੀਵ ਪਰਮੇਸ਼ਰ ਦਾ ਨਾਮ ਜਪਦਾ ਹੈ। ਕਹਿੰਦੇ ਸਾਈ ਕਾਰ ਕਮਾਵਣੀ ਪਿਆਰੇ, ਤੁਰ ਮਸਤਕ ਲੇਖ ਲਿਖਾਏ। ਹਰ ਇੱਕ ਜੀਵ ਆਪਣੇ ਪੂਰਵਲੇ ਕਰਮਾਂ ਦੇ ਜੋ ਸੰਸਕਾਰ ਨੇ ਉਹਨਾਂ ਦੇ ਹਿਸਾਬ ਨਾਲ ਹੀ ਇਸ ਜਨਮ ਦੇ ਵਿੱਚ ਵੀ ਕੰਮ ਕਰ ਰਿਹਾ ਹੈ। ਉਸ ਤਰ੍ਹਾਂ ਦੇ ਕਰਮ ਕਰ ਰਿਹਾ ਜਿਵੇਂ ਦੇ ਉਹਦੇ ਸੰਸਕਾਰ ਬਣੇ ਹੋਏ ਨੇ। ਪਰ ਜਦੋਂ ਨਾਮ ਦੀ ਕਮਾਈ ਹੁੰਦੀ ਹੈ, ਫਿਰ ਉਹਦੇ ਪੁਰਾਣੇ ਸੰਸਕਾਰ ਮਿਟਣੇ ਸ਼ੁਰੂ ਹੋ ਜਾਂਦੇ ਨੇ। ਇੱਕ ਇਹੀ ਖੇਡ ਪਰਮੇਸ਼ਰ ਨੇ ਬਣਾਈ ਹੈ, ਨਹੀਂ ਤੇ ਪੁਰਾਣੇ ਸੰਸਕਾਰ ਹੀ ਚੱਲਦੇ ਨੇ। ਏਕੋ ਆਪ ਵਰਤਦਾ ਪਿਆਰੇ, ਘਟ ਘਟ ਰਿਹਾ ਸਮਾਏ, ਸੰਸਾਰ ਕੂਪ ਤੇ ਉਧਰ ਲੈ ਪਿਆਰੇ, ਨਾਨਕ ਹਰਿ ਸਰਣਾਏ। ਕਹਿੰਦੇ ਹਰ ਇੱਕ ਸਰੀਰ ਦੇ ਵਿੱਚ ਉਹ ਪਰਮੇਸ਼ਰ ਸਮਾਇਆ ਹੋਇਆ ਹੈ, ਹਰ ਇੱਕ ਦੇ ਵਿੱਚ ਆਪ ਹੋ ਕੇ ਵਰਤ ਰਿਹਾ ਹੈ। ਨਾਨਕ ਜੀ ਕਹਿੰਦੇ ਨੇ, ਹੇ ਪਰਮੇਸ਼ਰ ਜੀ, ਤੁਹਾਡੀ ਸ਼ਰਨ ਆਏ ਹਾਂ, ਸਾਨੂੰ ਇਸ ਸੰਸਾਰ ਸਾਗਰ ਦੇ ਹਨੇਰੇ ਖੂਹ ਦੇ ਵਿੱਚੋਂ, ਭਵ ਸਾਗਰ 'ਚੋਂ ਤਾਰ ਲਓ। ਕਹਿੰਦੇ ਰਾਗ ਆਸਾ ਮਹੱਲਾ ਪਹਿਲਾ, ਪੱਟੀ ਲਿਖੀ ਇੱਕ ਓਂਕਾਰ, ਸਤਿਗੁਰ ਪ੍ਰਸਾਦ। ਹਾਂਜੀ ਸੰਗਤ ਜੀ, ਹੁਣ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਪੱਟੀ ਲਿਖੀ ਸ਼ੁਰੂ ਹੋਈ ਹੈ, ਰਾਗ ਆਸਾ ਦੇ ਵਿੱਚ ਹੈ ਜੀ। ਸੱਸੈ ਸੋਏ ਸ੍ਰਿਸ਼ਟ ਜਿਨ ਸਾਜੀ, ਸਭਨਾ ਸਾਹਿਬ ਏਕ ਪਿਆ, ਸੇਵਤ ਰਹੇ ਚਿਤ ਜਿਨ ਕਾ ਲਾਗਾ, ਆਇਆ ਤਿਨ ਕਾ ਸਫਲ ਪਿਆ। ਮਨ ਕਾਹੇ ਭੂਲੇ ਮੂੜ ਮਨਾ, ਜਬ ਲੇਖਾ ਦੇਵੈ ਬੀਰਾ, ਤੋ ਪੜਿਆ ਰਹਾਓ।
ਹਾਂਜੀ ਸੰਗਤ ਜੀ, ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਨੇ ਉਸ ਪਰਮੇਸ਼ਰ ਜਿਹਨੇ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਸ੍ਰਿਸ਼ਟੀ ਨੂੰ ਰਚਿਆ ਹੈ, ਉਹ ਸਾਡਾ ਸਾਰਿਆਂ ਦਾ ਮਾਲਕ ਇੱਕ ਹੈ। ਕਹਿੰਦੇ ਸੇਵਤ ਰਹੇ ਚਿਤ ਜਿਨ ਕਾ ਲਾਗਾ ਆਇਆ, ਤਿਨ ਕਾ ਸਫਲ ਪਿਆ। ਕਹਿੰਦੇ ਜਿਨ੍ਹਾਂ ਦਾ ਚਿੱਤ ਉਸ ਪਰਮੇਸ਼ਰ ਦੇ ਵਿੱਚ ਲੱਗ ਗਿਆ, ਉਹਦੇ ਚਰਨਾਂ 'ਚ ਜੁੜ ਗਿਆ, ਉਹੀ ਉਹਦੀ ਸੇਵਾ ਭਗਤੀ ਕਰਦੇ ਨੇ, ਉਹਦੇ ਨਾਮ ਦੀ ਆਰਾਧਨਾ ਕਰਦੇ ਨੇ, ਅਤੇ ਉਹਨਾਂ ਦਾ ਇਹ ਮਨੁੱਖਾ ਜਨਮ ਸਫਲ ਹੋ ਗਿਆ। ਕਹਿੰਦੇ ਹੇ ਮੇਰੇ ਮਨ, ਤੂੰ ਕਹਿੰਦੇ ਕਿਉਂ ਕਹਿੰਦੇ ਮੂਰਖਤਾ ਕਰਦਾ ਹੈ, ਕਿਉਂ ਤੂੰ ਕਹਿੰਦੇ ਉਸ ਪਰਮੇਸ਼ਰ ਦਾ ਨਾਮ ਛੱਡ ਕੇ ਹੋਰ ਕੰਮਾਂ ਵਿੱਚ ਲੱਗਦਾ ਹੈ। ਜਦੋਂ ਕਹਿੰਦੇ ਪਰਮੇਸ਼ਰ ਦੇ ਦਰ 'ਤੇ ਲੇਖਾ ਮੰਗਿਆ ਜਾਂਦਾ, ਤਾਂ ਜਿਸ ਜੀਵ ਦੇ ਲੇਖੇ ਵਿੱਚ ਨਾਮ ਦੀ ਕਮਾਈ ਹੈ, ਉਹੀ ਫਿਰ ਕਹਿੰਦੇ ਵਿਦਵਾਨ ਗਿਣਿਆ ਜਾਂਦਾ ਹੈ। ਈਵੜੀ ਆਦ ਪੁਰਖ ਹੈ ਦਾਤਾ, ਆਪੇ ਸੱਚਾ ਸੋਈ, ਇਹਨਾਂ ਅੱਖਰਾਂ ਮਹਿ ਜੋ ਗੁਰਮੁਖ ਬੂਝੈ, ਤਿਸ ਸਿਰ ਲੇਖ ਨਾ ਹੋਈ। ਕਹਿੰਦੇ ਉਹ ਪਰਮੇਸ਼ਰ ਹੀ ਸਾਨੂੰ ਦਾਤਾਂ ਦੇਣ ਵਾਲਾ ਹੈ, ਅਤੇ ਉਹੀ ਸਦਾ ਰਹਿਣ ਵਾਲਾ ਹੈ। ਕਹਿੰਦੇ ਜਿਹੜਾ ਜੀਵ ਗੁਰੂ ਦੇ ਸਨਮੁਖ ਹੋ ਕੇ ਇਸ ਅਸਲੀਅਤ ਨੂੰ ਜੀਵਨ ਦੀ ਨੂੰ ਸਮਝ ਲੈਂਦਾ ਹੈ ਕਿ ਉਹ ਪਰਮੇਸ਼ਰ ਹਰ ਇੱਕ ਜਗ੍ਹਾ 'ਤੇ ਵਿਆਪਕ ਹੈ, ਪਰਮੇਸ਼ਰ ਹਰ ਇੱਕ ਦੇ ਵਿੱਚ ਹੈ। ਕਹਿੰਦੇ ਉਹ ਜਿਹੜਾ ਫਿਰ ਜੀਵ ਇਹ ਸਭ ਸਮਝ ਕੇ ਨਾਮ ਦੀ ਕਮਾਈ ਕਰਦਾ, ਫਿਰ ਉਹਦੇ ਸਿਰ 'ਤੇ ਕਹਿੰਦੇ ਕੋਈ ਲੇਖਾ ਨਹੀਂ ਚੜ੍ਹਦਾ ਵਿਕਾਰਾਂ ਦਾ। ਊੜੈ ਉਪਮਾ ਤਾਕੀ ਕੀਜੈ, ਜਾ ਕਾ ਅੰਤ ਨ ਪਾਇਆ, ਸੇਵਾ ਕਰੈ ਸੇਈ ਫਲ ਪਾਵੈ, ਜਿਨੀ ਸੱਚ ਕਮਾਇਆ। ਕਹਿੰਦੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਕਰੀਏ ਜਿਹਦਾ ਅਸੀਂ ਅੰਤ ਨਹੀਂ ਪਾ ਸਕਦੇ, ਜਿਹਦਾ ਕਿਸੇ ਨੇ ਵੀ ਅੰਤ ਨਹੀਂ ਪਾਇਆ ਉਹਦੇ ਗੁਣਾਂ ਦਾ, ਕਿ ਉਹਦੇ ਗੁਣ ਕਿੰਨੇ ਕੁ ਹੈਗੇ ਨੇ। ਜਿਹੜੇ ਉਹਦੀ ਸੇਵਾ ਭਗਤੀ ਕਰਦੇ ਨੇ, ਉਹੀ ਕਹਿੰਦੇ ਜੀਵਨ ਦਾ ਸਫਲ ਫਲ ਪਾਉਂਦੇ ਨੇ। ਜਿਨ੍ਹਾਂ ਨੇ ਉਹਦੇ ਨਾਮ ਦੀ ਕਮਾਈ ਕਰਦੇ ਆ, ਉਹ ਆਪਣੇ ਇਸ ਜੀਵਨ ਨੂੰ ਸਫਲ ਕਰਕੇ ਜਾਂਦੇ ਨੇ। ਯੰਗੈ ਗਿਆਨ ਬੁਝੈ ਜੇ ਕੋਈ, ਪੜ੍ਹਿਆ ਪੰਡਤ ਸੋਈ, ਸਰਬ ਜੀਆਂ ਮਹਿ ਏਕੋ ਜਾਣੈ, ਤਾਂ ਹਉਮੈ ਕਹੇ ਨਾ ਕੋਈ। ਕਹਿੰਦੇ ਉਹੀ ਪੜ੍ਹਿਆ ਪੰਡਤ ਹੈ ਜਿਹਨੇ ਜੀਵਨ ਦੀ ਅਸਲੀਅਤ ਨੂੰ ਸਮਝ ਲਿਆ ਹੈ ਕਿ ਸੱਚ ਕੀ ਹੈ ਅਤੇ ਝੂਠ ਕੀ ਹੈ। ਅਤੇ ਜਿਹੜਾ ਜੀਵ ਕਹਿੰਦੇ ਇਹ ਜਾਣ ਲਵੇ ਕਿ ਸਾਰਿਆਂ ਦੇ ਵਿੱਚ ਉਹ ਪਰਮੇਸ਼ਰ ਵਿਆਪਕ ਹੈ, ਉਹਨੂੰ ਫਿਰ ਕਹਿੰਦੇ ਹਉਮੈ ਨਹੀਂ ਹੋ ਸਕਦਾ, ਉਹਨੂੰ ਹੰਕਾਰ ਨਹੀਂ ਹੋ ਸਕਦਾ। ਕਿਉਂਕਿ ਜੇ ਕੋਈ ਸੋਚ ਲੈਂਦਾ ਕਿ ਮੇਰੇ ਤੋਂ ਕੋਈ ਚੰਗਾ ਕੰਮ ਹੋ ਗਿਆ, ਫਿਰ ਉਹ ਸਮਝਦਾ ਕਿ ਮੇਰੇ ਅੰਦਰ ਬੈਠ ਕੇ ਕਰਵਾਇਆ ਕਿਹਨੇ, ਪਰਮੇਸ਼ਰ ਨੇ। ਫਿਰ ਹਉਮੈ ਕਿਸ ਚੀਜ਼ ਦੀ, ਕੰਮ ਕਰਵਾਇਆ ਪਰਮੇਸ਼ਰ ਨੇ ਤਾਂ ਮੈਂ ਤਾਂ ਵਿੱਚ ਹੈ ਹੀ ਨਹੀਂ ਗਾ, ਫਿਰ ਮੈਨੂੰ ਹਉਮੈ ਕਾਹਦੀ। ਜਿਸ ਨੇ ਇਹ ਚੀਜ਼ ਸਮਝ ਲਈ ਨਾ ਕਿ ਮੇਰੇ ਅੰਦਰ ਬੈਠ ਕੇ ਪਰਮੇਸ਼ਰ ਸਭ ਕੁਝ ਕਰਾ ਰਿਹਾ ਹੈ, ਉਹਦੇ ਵਿੱਚ ਫਿਰ ਬਹੁਤ ਨਮਰਤਾ ਭਾਵ ਆ ਜਾਂਦਾ, ਉਹਨੂੰ ਫਿਰ ਹੰਕਾਰ ਤੰਗ ਨਹੀਂ ਕਰਦਾ ਹੈ। ਵਾਹਿਗੁਰੂ ਜੀ, ਵਾਹਿਗੁਰੂ ਜੀ। ਕੱਕੈ ਕੇਸ ਪੁੰਡਰ ਜਬ ਹੂਐ, ਬਿਨ ਸਾਬੁਨੈ ਉਜਲਿਆ, ਜਮ ਰਾਜੇ ਕੇ ਹੇਰੂ ਆਏ, ਮਾਇਆ ਕੈ ਸੰਗਲ ਬੰਧ ਲਿਆ। ਕਹਿੰਦੇ ਜਦੋਂ ਜੀਵ ਦੀ ਉਮਰ ਵਡੇਰੀ ਹੋ ਜਾਂਦੀ ਆ, ਫਿਰ ਕਹਿੰਦੇ ਸਾਬਣ ਤੋਂ ਬਿਨਾਂ ਹੀ ਉਹਦੇ ਜਿਹੜੇ ਕੇਸ ਨੇ ਉਜਲੇ ਰਹਿੰਦੇ ਨੇ, ਕੋਈ ਸਫੈਦ ਹੋ ਜਾਂਦੇ ਨੇ। ਪਰ ਕਹਿੰਦੇ ਉੱਧਰੋਂ ਜਮ ਰਾਜੇ ਦੇ ਕਹਿੰਦੇ ਦੂਤ ਵੀ ਆ ਜਾਂਦੇ ਨੇ, ਪਰ ਕਹਿੰਦੇ ਅਜੇ ਵੀ ਮਾਇਆ ਦੇ ਸੰਗਲਾਂ 'ਚ ਹੀ ਬੰਨਿਆ ਹੋਇਆ, ਵੀ ਮਾਇਆ ਦਾ ਮੋਹ ਅਜੇ ਬੁਢਾਪੇ 'ਚ ਆ ਕੇ ਵੀ ਨਹੀਂ ਛੱਡਿਆ ਹੈਗਾ। ਖੱਖੇ ਖੁੰਦ ਕਾਰ ਸਾਹ ਆਲਮ, ਕਰ ਖਰੀਦ ਜਿਨ ਖਰਚ ਦੀਆ, ਬੰਧਨ ਜਾ ਕੇ ਸਭ ਜਗ ਬਾਧਿਆ, ਅਵਰੀ ਕਾ ਨਹੀਂ ਹੁਕਮ ਪਿਆ। ਕਹਿੰਦੇ ਉਹ ਪਰਮੇਸ਼ਰ ਜਿਹਨੇ ਸਾਨੂੰ ਮਤਲਬ ਰੋਜੀ ਸਾਡੀ ਨਾਲ ਲਿਖ ਕੇ ਦਿੱਤੀ ਆ। ਕਹਿੰਦੇ ਜਿਹੜਾ ਜੀਵ ਆ ਉਹ ਬੰਧਨ ਜਾ ਕੇ ਸਭ ਜਗ ਬਾਧਿਆ, ਅਵਰੀ ਕਾ ਨਹੀਂ ਹੁਕਮ ਪਿਆ। ਪਰ ਜਿਹੜੇ ਕਹਿੰਦੇ ਸਾਰਾ ਜੱਗ ਹੈ ਫਿਰ ਵੀ ਮਾਇਆ ਦੇ ਕਹਿੰਦੇ ਜੰਜਾਲਾਂ ਵਿੱਚ ਬੰਨਿਆ ਹੋਇਆ,
ਹੁਕਮ ਪਰਮੇਸ਼ਰ ਦਾ ਚੱਲ ਰਿਹਾ, ਪਰ ਜਿਹੜਾ ਜੱਗ ਹੈ ਫਿਰ ਵੀ ਮਾਇਆ ਦੇ ਬੰਧਨਾਂ 'ਚ ਬੰਨਿਆ ਹੋਇਆ। ਨਾਲੇ ਪਰਮੇਸ਼ਰ ਨੇ ਕਹਿੰਦੇ ਸਾਡੇ ਨਾਲ ਰੋਜੀ ਸਾਡੀ ਲਿਖ ਕੇ ਭੇਜੀ ਆ। ਗੱਗੇ ਗੋਏ ਗਾਏ ਜਿਨ ਛੋਡੀ, ਗੱਲੀ ਗੋਬਿੰਦ ਗਰਭ ਪਿਆ। ਘੜ ਪਾਂਡੇ ਜਿਨ ਆਵੀ ਸਾਜੀ, ਝਾੜਨ ਵਾਹੇ ਤਈ ਕੀਆ। ਕਹਿੰਦੇ ਜਿਹੜੇ ਸਿਰਫ ਪਰਮੇਸ਼ਰ ਦੀਆਂ ਗੱਲਾਂ ਹੀ ਕਰਦੇ ਨੇ ਤੇ ਗੱਲਾਂ ਕਰਕੇ ਹੰਕਾਰ ਚਾਹੁੰਦੇ ਨੇ, ਉਹਦਾ ਨਾਮ ਨਹੀਂ ਜਪਦੇ ਹੈਗੇ। ਕਹਿੰਦੇ ਉਸ ਪਰਮੇਸ਼ਰ ਨੇ ਸਾਡੇ ਸਰੀਰ ਸਾਜੇ ਨੇ ਤੇ ਨਾਲ ਹੀ ਸਾਡੇ ਜਨਮ ਮਰਨ ਦਾ ਵੀ ਸਾਡੀ ਜਿਹੜੀ ਹੈਗਾ ਲੇਖਾ ਉਹ ਲਿਖਿਆ। ਕਾਲ ਸੇਵਕ ਜੇ ਕਾਲੈ, ਸ਼ਬਦ ਗੁਰੂ ਕੈ ਲਾਗ ਰਹੇ। ਬੁਰਾ ਭਲਾ ਜੇ ਸਮ ਕਰ ਜਾਣੈ, ਇਨ ਬਿਦ ਸਾਹਿਬ ਰਮਤ ਰਹੇ। ਕਹਿੰਦੇ ਜਿਹੜਾ ਸੇਵਕ ਗੁਰੂ ਦੇ ਸ਼ਬਦ ਦੇ ਰਾਹੀਂ ਉਸ ਪਰਮਾਤਮਾ ਦੇ ਨਾਮ ਦੀ ਕਮਾਈ ਕਰਦਾ ਹੈ, ਕੋਈ ਉਹਦੇ ਨਾਲ ਬੁਰਾ ਕਰੇ ਭਲਾ ਕਰੇ, ਸਾਰਿਆਂ ਨੂੰ ਇੱਕ ਸਮਾਨ ਜਾਣਦਾ ਹੈ, ਫਿਰ ਕਹਿੰਦੇ ਉਹ ਆਪਣੇ ਅੰਦਰ ਵਸਦੇ ਪਰਮੇਸ਼ਰ ਨੂੰ ਪਾ ਲੈਂਦਾ ਹੈ। ਚੱਚੈ ਚਾਰ ਵੇਦ ਜਿਨ ਸਾਜੇ, ਚਾਰੇ ਖਾਣੀ ਚਾਰ ਜੁਗਾਂ। ਜੁਗ ਜੁਗ ਜੋਗੀ ਖਾਣੀ ਭੋਗੀ, ਪੜਿਆ ਪੰਡਤ ਆਪ ਥੀਆ। ਕਹਿੰਦੇ ਉਹ ਪਰਮੇਸ਼ਰ ਜਿਹਨੇ ਚਾਰੇ ਖਾਣੀਆਂ ਅੰਡਰ ਜੇਰ ਸੇਤਜ ਉਤਪੁਜ ਕੀਤੀਆਂ ਨੇ, ਕਹਿੰਦੇ ਜੀਵ ਸਾਜੇ ਨੇ, ਜਿਹਨੇ ਫਿਰ ਆਪ ਹੀ ਕਹਿੰਦੇ ਸਾਜ ਕੇ ਜੀਵ ਉਹਨਾਂ ਰਾਹੀਂ ਫਿਰ ਵੇਦ ਕਹਿੰਦੇ ਵੇਦਾਂ ਦੀ ਰਚਨਾ ਕਰਵਾਈ ਆ। ਕਹਿੰਦੇ ਸਾਰੇ ਯੁੱਗਾਂ ਦੇ ਵਿੱਚ ਉਹ ਆਪ ਹੀ ਜੀਵਾਂ ਦੇ ਅੰਦਰ ਵਰਤ ਕੇ ਆਪ ਹੀ ਕਹਿੰਦੇ ਸਾਰੀਆਂ ਖਾਣੀਆਂ ਬਣਿਆ ਹੋਇਆ ਹੈ, ਆਪ ਹੀ ਸਭ ਪਦਾਰਥਾਂ ਨੂੰ ਭੋਗਣ ਵਾਲਾ ਬਣਿਆ ਹੋਇਆ ਹੈ, ਆਪ ਹੀ ਕਹਿੰਦੇ ਪੜ੍ਹਿਆ ਵਿਦਵਾਨ ਪੰਡਿਤ ਹੈ, ਕਿਉਂਕਿ ਸਾਰੇ ਜੀਵਾਂ ਦੇ ਵਿੱਚ ਆਪ ਵਿਆਪਕ ਹੈ। ਛੱਛੇ ਛਾਇਆ ਵਰਤੀ ਸਭ ਅੰਤਰ, ਤੇਰਾ ਕੀਆ ਭਰਮ ਹੋਆ। ਭਰਮ ਉਪਾਏ ਭੁਲਾਈਨ ਆਪੇ, ਤੇਰਾ ਕਰਮ ਹੋਆ ਤਿਨ ਗੁਰੂ ਮਿਲਿਆ। ਕਹਿੰਦੇ ਪਰਮੇਸ਼ਰ ਹੀ ਸਭ ਕੁਝ ਵਰਤਾ ਰਿਹਾ ਹੈ ਜੱਗ ਦੇ ਵਿੱਚ। ਪਰਮੇਸ਼ਰ ਨੇ ਹੀ ਜੀਵਾਂ ਨੂੰ ਕੁਰਾਹੇ ਪਾਇਆ ਹੋਇਆ ਹੈ। ਕੁਛ ਜੀਵ ਪਰਮੇਸ਼ਰ ਨੇ ਆਪ ਹੀ ਭੁਲਾਏ ਹੋਏ ਨੇ, ਜਿਹੜੇ ਸਹੀ ਰਸਤੇ ਤੋਂ ਭਟਕੇ ਹੋਏ ਨੇ। ਫਿਰ ਕਹਿੰਦੇ ਇਹ ਪਰਮੇਸ਼ਰ ਜੀ, ਜਦੋਂ ਤੂੰ ਬਖਸ਼ਿਸ਼ ਕਰਦਾ ਕਿਸੇ ਤੇ, ਫਿਰ ਉਹਨਾਂ ਨੂੰ ਗੁਰੂ ਵੀ ਤੂੰ ਆਪ ਹੀ ਮਿਲਾਉਂਦਾ ਹੈ, ਕਿਉਂਕਿ ਸਭ ਕੁਝ ਕਰਨ ਕਰਾਉਣ ਵਾਲਾ ਪਰਮੇਸ਼ਰ ਆਪ ਹੈ। ਹਾਂਜੀ ਸੰਗਤ ਜੀ, ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ, ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਗਲਤੀਆਂ ਬਖਸ਼ਣੀਆਂ ਜੀ। ਸਤਿਗੁਰ ਜੀ ਪਰਮੇਸ਼ਰ ਜੀ ਆਪ ਦੀ ਧੁਰਕੀ ਬਾਣੀ ਦੀ ਵਿਚਾਰ ਕਰਦਿਆਂ, ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ। ਅੱਗੇ ਤੋਂ ਸਮੱਤ ਬਖਸ਼ਣੀ ਪਰਮੇਸ਼ਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।